नमस्कार, सत श्री अकाल। मैं ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਰਾਂਗੇ ਆਨੰਦ ਮੈਰਿਜ ਐਕਟ ਦੀ, ਕਿਉਂਕਿ ਪੰਜਾਬ ਸਰਕਾਰ ਨੇ ਆਨੰਦ ਮੈਰਿਜ ਐਕਟ ਨੂੰ ਪੂਰਨ ਤੌਰ ਤੇ ਲਾਗੂ ਕਰਨ ਲਈ ਇਸ ਦੇ ਵਿੱਚ ਸੋਧ ਦਾ ਪੂਰਾ ਖਰੜਾ ਤਿਆਰ ਕਰ ਲਿਆ ਤੇ ਉਧਰ ਫਰੀਦਕੋਟ ਵਿਖੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਉਧਰ ਐਸਜੀਪੀਸੀ ਨੇ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਪੱਧਰ ਤੇ ਅਭਿਆਨ ਚਲਾਉਣ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ ਗੁਜਰਾਤ ਦੇ ਵਿੱਚ ਸਿਆਸੀ ਪਾਰਟੀਆਂ ਦਾ ਰੈਲੀਆਂ ਤੇ ਰੋਡ ਸ਼ੋਅ ਦਾ ਦੌਰ ਜਾਰੀ ਹੈ ਤੇ ਇਸ ਦੇ ਨਾਲ ਹੀ ਗੱਲ ਕਰਾਂਗੇ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ, ਕਿਉਂਕਿ ਜੇਲ੍ਹ ਦੇ ਵਿੱਚ ਜਿਸ ਵਿਅਕਤੀ ਨੇ ਜੈਨ ਦੀ ਮਾਲਿਸ਼ ਕੀਤੀ ਹੁਣ ਉਸ ਨੂੰ ਲੈ ਕੇ ਵੱਡੇ ਖੁਲਾਸੇ ਸਾਹਮਣੇ ਆਏ ਨੇ। ਤੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰਾਈਮ ਟਾਈਮ ਦੀ। ਮੁੱਖ ਮੰਤਰੀ ਭਗਵੰਤ ਮਾਨ ਸਿੱਖ ਕੌਮ ਨਾਲ ਕੀਤੇ ਆਪਣੇ ਵਾਅਦੇ ਨੂੰ ਛੇਤੀ ਪੂਰਾ ਕਰਨ ਜਾ ਰਹੇ ਨੇ। ਹਾਲ ਹੀ ਦੇ ਵਿੱਚ ਗੁਰਪੁਰਬ ਦੇ ਦੌਰਾਨ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਨੰਦ ਮੈਰਿਜ ਐਕਟ ਨੂੰ ਪੂਰਨ ਤੌਰ ਤੇ ਲਾਗੂ ਕਰੇਗੀ ਅਤੇ ਸਰਕਾਰ ਹੁਣ ਆਪਣੇ ਵਾਅਦੇ ਦੇ ਅਨੁਸਾਰ ਛੇਤੀ ਹੀ ਨਵੀਂ ਸੋਧ ਨੂੰ ਲਾਗੂ ਕਰਕੇ ਲੱਖਾਂ ਸਿੱਖ ਪਰਿਵਾਰਾਂ ਨੂੰ ਖੁਸ਼ਖਬਰੀ ਦੇਣ ਜਾ ਰਹੀ ਹੈ। ਆਨੰਦ ਮੈਰਿਜ ਐਕਟ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਪਹੁੰਚੇਗਾ, ਪਰ ਸੂਬਾ ਸਰਕਾਰ ਇਸ ਐਕਟ ਦੇ ਵਿੱਚ ਕਿਹੜੇ ਸੁਧਾਰਾਂ ਤੇ ਕੰਮ ਕਰ ਰਹੀ ਹੈ, ਆਓ ਗ੍ਰਾਫਿਕ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਨੰਦ ਮੈਰਿਜ ਐਕਟ ਨੂੰ ਲੈ ਕੇ ਜਲਦੀ ਸਿੱਖ ਪਰਿਵਾਰਾਂ ਨੂੰ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਪੰਜਾਬ ਸਰਕਾਰ ਨੇ ਇਸ ਐਕਟ ਦੇ ਵਿੱਚ ਸੋਧ ਲਈ ਖਰੜਾ ਤਿਆਰ ਕਰ ਲਿਆ ਅਤੇ ਕੈਬਨਿਟ ਦੀ ਬੈਠਕ ਦੇ ਵਿੱਚ ਜਲਦੀ ਇਸ ਤੇ ਫੈਸਲਾ ਲਿਆ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਕਾਸ਼ ਪੁਰਬ ਵਾਲੇ ਦਿਨ ਆਨੰਦ ਮੈਰਿਜ ਐਕਟ ਨੂੰ ਲੈ ਕੇ ਮੁਕੰਮਲ ਰੂਪ ਦੇ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਸੀ। ਸੀਐਮ ਮਾਨ ਦੇ ਨਿਰਦੇਸ਼ਾਂ ਤੇ ਗ੍ਰਹਿ ਵਿਭਾਗ ਜ਼ਰੂਰੀ ਸੋਧਾਂ ਤੇ ਕੰਮ ਕਰ ਰਿਹਾ। ਹੁਣ ਮਾਨ ਸਰਕਾਰ ਆਨੰਦ ਮੈਰਿਜ ਐਕਟ ਦੇ ਵਿੱਚ ਸੋਧ ਦੀ ਤਿਆਰੀ ਦੇ ਵਿੱਚ ਜੁਟ ਗਈ ਹੈ। ਸੂਤਰਾਂ ਮੁਤਾਬਕ ਆਉਣ ਵਾਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਸ ਸੋਧ ਦਾ ਖਰੜੇ ਤੇ ਮੰਤਰੀ ਮੰਡਲ ਦੀ ਮਨਜ਼ੂਰੀ ਲਿੱਤੀ ਜਾਵੇਗੀ। ਨਵੀਂ ਸੋਧ ਮੁਤਾਬਕ ਆਨੰਦ ਮੈਰਿਜ ਐਕਟ ਤਹਿਤ ਵਿਆਹ ਹੁਣ ਕਿਤੇ ਵੀ ਰਜਿਸਟਰ ਹੋ ਸਕੇਗਾ। ਸਾਲ 2016 ਦੇ ਵਿੱਚ ਸਾਬਕਾ ਅਕਾਲੀ ਭਾਜਪਾ ਸਰਕਾਰ ਵੇਲੇ ਆਨੰਦ ਮੈਰਿਜ ਐਕਟ ਹੋਂਦ ਵਿੱਚ ਆਇਆ ਸੀ, ਪਰ ਇਸ ਨੂੰ ਸਹੀ ਢੰਗ ਦੇ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ। ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਅਤੇ ਉਸ ਮਗਰੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ, ਫਿਰ ਵੀ ਇਸ ਨੂੰ ਮੁਕੰਮਲ ਢੰਗ ਦੇ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ। ਦੱਸ ਦਈਏ ਕਿ ਪਹਿਲਾਂ ਵਿਆਹ ਨੂੰ ਹਿੰਦੂ ਵਿਆਹ ਵਜੋਂ ਰਜਿਸਟਰ ਕੀਤਾ ਜਾਂਦਾ ਰਿਹਾ ਤੇ ਇਸ ਨਾਲ ਵਿਦੇਸ਼ ਜਾਣ ਵਾਲੇ ਜੋੜਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿੱਥੇ ਉਹਨਾਂ ਨੂੰ ਵਿਦੇਸ਼ ਦੇ ਵਿੱਚ ਜਾ ਕੇ ਇਹ ਸਾਬਤ ਕਰਨਾ ਮੁਸ਼ਕਲ ਹੋ ਜਾਂਦਾ ਸੀ ਕਿ ਉਹ ਹਿੰਦੂ ਜੋੜੇ ਹਨ ਜਾਂ ਸਿੱਖ। ਇਸ ਮਗਰੋਂ ਉਸ ਦੇ ਵਿੱਚ ਸੋਧ ਕੀਤੀ ਗਈ ਅਤੇ ਫਿਰ ਵਿਆਹ ਸਿੱਖ ਮੈਰਿਜ ਐਕਟ ਤਹਿਤ ਰਜਿਸਟਰਡ ਹੋਣ ਲੱਗੇ। 7000 ਤੋਂ ਵੱਧ ਵਿਆਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰਡ ਕੀਤੇ ਗਏ, ਪਰ ਇਸੇ ਦੌਰਾਨ ਵੱਡੀ ਮੁਸ਼ਕਲ ਇਹ ਰਹੀ ਕਿ ਵਿਆਹ ਦਾ ਰਜਿਸਟ੍ਰੇਸ਼ਨ ਉੱਥੇ ਹੀ ਕੀਤੀ ਜਾਂਦਾ ਸੀ ਜਿੱਥੇ ਵਿਆਹ ਕੀਤਾ ਗਿਆ ਹੋਵੇ। ਸੂਤਰਾਂ ਦੀ ਮੰਨੀਏ ਤਾਂ ਇਸ ਗੱਲ ਦਾ ਨੋਟਿਸ ਲਿਆ ਜਾ ਰਿਹਾ ਹੈ ਕਿ ਲਾੜੇ ਜਾਂ ਲਾੜੀ ਦੋਵਾਂ ਦੇ ਵਿੱਚੋਂ ਕੋਈ ਵੀ ਆਪਣੇ ਜੱਦੀ ਸ਼ਹਿਰ ਦੇ ਨਾਲ ਜਿੱਥੇ ਵਿਆਹ ਹੋ ਰਿਹਾ ਹੈ ਜਾਂ ਤੀਸਰਾ ਸਥਾਨ ਹੈ, ਉਹਨਾਂ ਤਿੰਨਾਂ ਥਾਵਾਂ ਵਿੱਚੋਂ ਕਿਤੇ ਵੀ ਵਿਆਹ ਨੂੰ ਰਜਿਸਟਰਡ ਕਰਵਾ ਸਕਦਾ ਹੈ। ਬੀਤੇ ਦਿਨੀ ਪ੍ਰਕਾਸ਼ ਪੁਰਬ ਤੇ ਤਖਤ ਸ਼੍ਰੀ ਕੇਸ਼ਗੜ੍ਹ ਸਾਹਿਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਆਨੰਦ ਮੈਰਿਜ ਐਕਟ ਨੂੰ ਮੁਕੰਮਲ ਤੌਰ ਤੇ ਲਾਗੂ ਕਰਾਂਗੇ। ਤੇ ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਭਗਵੰਤ ਮਾਨ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਅੱਜ ਸਵੇਰ ਤੋਂ ਹੀ ਅਫਸਰਸ਼ਾਹੀ ਡੱਲੇਵਾਲ ਦੇ ਮਰਨ ਵਰਤ ਖਤਮ ਕਰਾਉਣ ਲਈ ਪੂਰਾ ਜ਼ੋਰ ਲਾਉਂਦੀ ਰਹੀ। ਦੂਜੇ ਪਾਸੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਸਪਸ਼ਟ ਕਰ ਦਿੱਤਾ ਕਿ ਮੰਗਾਂ ਲਾਗੂ ਹੋਣ ਤੋਂ ਬਾਅਦ ਹੀ ਉਹ ਆਪਣਾ ਵਰਤ ਖਤਮ ਕਰਨਗੇ। ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਚੌਥੇ ਦਿਨ ਵੀ ਜਾਰੀ ਹੈ। ਉਹਨਾਂ ਦੀ ਸਿਹਤ ਸੋਮਵਾਰ ਦੀ ਵਿਗੜਨ ਲੱਗੀ ਸੀ, ਪਰ ਉਹਨਾਂ ਨੇ ਹਸਪਤਾਲ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਸੀਨੀਅਰ ਪੁਲਿਸ ਤੇ ਸਿਵਲ ਅਧਿਕਾਰੀਆਂ ਨੇ ਕਿਸਾਨ ਆਗੂ ਨੂੰ ਫਰੀਦਕੋਟ ਵਿਖੇ ਆਪਣਾ ਮਰਨ ਵਰਤ ਖਤਮ ਕਰਵਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਮੰਨੇ ਨਹੀਂ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਰੇਂਜ ਦੇ ਆਈਜੀ ਜਸਕਰਨ ਸਿੰਘ, ਫਰੀਦਕੋਟ ਦੇ ਐਸਐਸਪੀ ਰਾਜਪਾਲ ਸੰਧੂ ਦੇ ਨਾਲ ਅੱਜ ਡੱਲੇਵਾਲ ਨੂੰ ਮਿਲਣ ਤੇ ਉਹਨਾਂ ਨੇ ਆਪਣਾ ਮਰਨ ਵਰਤ ਖਤਮ ਕਰਨ ਦੀ ਬੇਨਤੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਸੂਬਾ ਸਰਕਾਰ ਉਹਨਾਂ ਦੀਆਂ ਸਾਰੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਡੱਲੇਵਾਲ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪ੍ਰਧਾਨ ਜੀ ਦੀ ਹਾਲਤ ਫਿਲਹਾਲ ਠੀਕ ਹੈ,
ਪਰ ਉਹ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ ਅਤੇ ਇਹਨਾਂ ਮਾਮਲਿਆਂ ਦਾ ਹੱਲ ਕੀਤਾ ਜਾਵੇਗਾ। ਉਧਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਦਾ ਫੋਕਸ ਸਿਰਫ ਧਰਨਾ ਖਤਮ ਕਰਵਾਉਣ ਤੇ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਹੈ। ਕੀ ਕੁਝ ਕਿਹਾ ਕੁਲਤਾਰ ਸਿੰਘ ਸੰਧਵਾ ਨੇ, ਆਓ ਸੁਣਾਉਂਦੇ ਨੇ। ਸਿਹਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਪ੍ਰਧਾਨ ਜੀ ਦੀ, ਤੇ ਮੈਨੂੰ ਤਾਂ ਅੱਜ ਹੀ ਮੈਂ ਆਇਆ ਸੀ ਇੱਥੇ, ਤੇ ਜਦੋਂ ਆਪਦੇ ਭਰਾ ਕਿਸੇ ਬੈਠੇ ਹੋਣ ਤੇ ਮੈਨੂੰ ਇਹ ਲੱਗਿਆ ਵੀ ਮੈਂ ਘਰ ਜਾਣ ਤੋਂ ਪਹਿਲਾਂ ਮੈਂ ਇਹਨਾਂ ਨੂੰ ਡੱਲੇਵਾਲ ਸਾਹਿਬ ਹੋਰਾਂ ਦਾ ਹਾਲ ਚਾਲ ਪੁੱਛ ਕੇ, ਇਹਨਾਂ ਦੀ ਦੁੱਖ ਤਕਲੀਫ ਪੁੱਛ ਕੇ ਜਾਵਾਂ। ਇਹਨਾਂ ਦੀ ਮੰਗਾਂ ਬਾਰੇ ਵੀ ਗੱਲਬਾਤ ਹੋਈ ਕੋਈ ਸਰਕਾਰ ਤੱਕ ਜਿਹੜੀ ਮੰਗਾਂ ਇਹਨਾਂ ਨੇ ਪਹੁੰਚਾਈਆਂ ਹੋਈਆਂ ਉਹ ਸਾਰੀ ਮੈਂ ਡਿਟੇਲ ਇਹਨਾਂ ਤੋਂ ਪੁੱਛੀ ਹੈ, ਤੇ ਮੈਂ ਸਰਕਾਰ ਨਾਲ ਜਾਂ ਸੰਬੰਧਿਤ ਮਹਿਕਮੇ ਨਾਲ ਉਹਦੇ ਬਾਰੇ ਮੈਂ ਪੁੱਛੂੰਗਾ ਵੀ ਉਹ 'ਚ ਕੀ ਡਿੱਕਾ ਹੈ, ਕਿਉਂਕਿ ਬਹਿ ਕੇ ਗੱਲਬਾਤ ਦਾ ਹੱਲ ਨਿਕਲ ਜੇ ਤਾਂ ਚੰਗਾ ਹੈ ਜੀ। ਡਾਕਟਰ ਸਾਹਿਬ ਨੇ ਕਿਹਾ ਕਿ ਇਹਨਾਂ ਦਾ ਜਿਹੜਾ ਸ਼ੂਗਰ ਲੋ ਹੈ, ਇਹਨਾਂ ਨੂੰ ਜਿਹੜਾ ਸਿਹਤ ਦੇ ਦਾ ਖਿਆਲ ਰੱਖਣਾ ਚਾਹੀਦਾ ਹੈ, ਹਸਪਤਾਲ ਜਾਣਾ ਚਾਹੀਦਾ। ਤੁਸੀਂ ਇਹਨਾਂ ਨੂੰ ਕਿਹਾ ਵੀ ਸਿਹਤ ਦਾ ਖਿਆਲ ਰੱਖੋ ਜੀ? ਮੈਂ ਬਿਲਕੁਲ ਸਾਰਿਆਂ ਨਾਲ ਦੇ ਸਾਥੀਆਂ ਨੂੰ ਵੀ ਕਿਹਾ, ਪ੍ਰਧਾਨ ਜੀ ਨੂੰ ਵੀ ਕਿਹਾ ਵੀ ਉਹਨਾਂ ਦੀ ਸਾਡੇ ਲਈ ਉਹਨਾਂ ਦੀ ਬਹੁਤ ਜ਼ਿਆਦਾ ਕੀਮਤ ਹੈ। ਮੇਰੇ ਵੱਡੇ ਭਰਾ ਮੈਂ ਪਰਸਨਲੀ ਮੇਰੇ ਵਾਸਤੇ ਬਹੁਤ ਕੀਮਤ ਹੈ। ਮੁੱਖ ਮੰਤਰੀ ਸਾਹਿਬ ਕੀ ਕਹਿ ਕੇ ਗਏ ਆ, ਕੀ ਵਿਸ਼ਵਾਸ ਦਿਵਾਇਆ? ਦੇਖੋ ਤੁਸੀਂ ਵੀ ਸਾਰੇ ਆਪਾਂ ਸਾਰਿਆਂ ਨੇ ਦੇਖਿਆ ਸੁਣਿਆ, ਇੱਕ ਆ ਗਏ ਮੈਨੂੰ ਤਾਂ ਇਹ ਲੱਗਿਆ ਵੀ ਜਿਵੇਂ ਇਲਾਕੇ ਦੇ ਵਿੱਚ ਐਂ ਜੇ ਹੁੰਦਾ ਨਹੀਂਗਾ ਵੀ ਸ਼ਰੀਕੇ ਦੇ ਵਿੱਚ ਜਾਏ ਬਿਨਾਂ ਸਰਨਾ ਨਹੀਂ। ਸਿਰਫ ਮੈਨੂੰ ਲੱਗਦਾ ਇੰਨੀ ਕੁ ਜੇ ਜੀ ਉਹਦੀ ਗੱਲਬਾਤ ਸੀ ਵੀ ਨਾ ਤਾਂ ਮੈਂ ਸਰਕਾਰ ਨੂੰ ਕੁਝ ਕਹਿ ਸਕਦਾ ਹੈ, ਨਾ ਮੇਰੇ ਕੋਲ ਕੋਈ ਮਹਿਕਮਾ, ਨਾ ਮੇਰੇ ਕੋਲ ਕੋਈ ਡਿਪਾਰਟਮੈਂਟ ਹੈ। ਮੈਂ ਤੁਹਾਡੀ ਗੱਲ ਪਹੁੰਚਾਊਂਗਾ, ਗੱਲ ਕਰਾਂਗੇ। ਕੋਈ ਮੁੱਖ ਮੰਤਰੀ ਸਾਹਿਬ ਨਾਲ ਜਾਂ ਕਿਸੇ ਨਾਲ ਗੱਲਬਾਤ ਕਰਕੇ ਆਈ ਹੈ ਪਹਿਲਾਂ ਉਹਨਾਂ ਨੇ ਕੋਈ ਇਹ ਜੀ ਗੱਲ? ਨਹੀਂ ਕੋਈ ਇਹ ਜੀ ਗੱਲ ਨਹੀਂ ਉਹਨਾਂ ਨੇ ਕੀਤੀ ਇਹ ਵਿਸ਼ੇ ਦੀ। ਵੱਲੋਂ ਆਏ ਪਰਸਨਲੀ ਆਏ ਸੀ ਨਹੀਂ, ਜਿਹੜਾ ਮੈਨੂੰ ਰੁੱਖ ਲੱਗਿਆ ਉਹ ਇਹ ਲੱਗਿਆ ਕਿ ਪਰਸਨਲੀ ਆਏ ਆ, ਕਿਉਂਕਿ ਸਰਕਾਰ ਵੱਲੋਂ ਆਏ ਹੁੰਦੇ ਸਰਕਾਰ ਵਾਲੀ ਕੋਈ ਗੱਲ ਕਰਦੇ ਮੇਰੇ ਨਾਲ, ਉਹ ਤਾਂ ਕੋਈ ਗੱਲ ਨਹੀਂ। ਉਹਨਾਂ ਦੀ ਤਾਂ ਇਹ ਸੀ ਗੱਲ ਵੀ ਮੈਂ ਤਾਂ ਤੁਹਾਡਾ ਤੁਸੀਂ ਭਾਈ ਇਲਾਕਾ ਹੈ, ਮੈਂ ਭਾਈਚਾਰਾ ਹੈ, ਮੈਂ ਤੁਹਾਡੇ ਕੋਲੇ ਮਿਲਣਾ ਹੈ। ਤੇ ਉਹ ਮਿਲੇ ਦਾ ਕੋਈ ਫਾਇਦਾ ਹੈਗਾ ਇਸ ਤਰੀਕੇ? ਦੇਖੋ ਮਿਲੇ ਦਾ ਜੇ ਤਾਂ ਹੁਣ ਇਹਦੀ ਹਿੰਮਤ ਹੋਈ ਉੱਥੇ ਗੱਲ ਕਰ ਲਈ ਤਾਂ ਹੋ ਸਕਦਾ ਸਾਡੀ ਗੱਲ ਤੋੜਨ ਦੀ ਕੋਸ਼ਿਸ਼ ਕਰਾਂਗੇ। ਹੁਣ ਇਹ ਦੇਖਦੇ ਆਪਾਂ ਨੂੰ ਪਤਾ ਲੱਗੂਗਾ ਕੀ ਕਰਦੇ ਨੇ। ਪ੍ਰਧਾਨ ਜੀ ਉਹਨਾਂ ਨੇ ਕਿਹਾ ਹੈ ਕਿ ਮੈਂ ਵੀ ਇਹਨਾਂ ਨੂੰ ਭਰੋਸਾ ਦਵਾਇਆ ਕਿ ਤੁਸੀਂ ਆਪਦੀ ਸਿਹਤ ਦਾ ਖਿਆਲ ਰੱਖੋ, ਜੇ ਡਾਕਟਰ ਤੁਹਾਨੂੰ ਕਹਿੰਦੇ ਆ ਤਾਂ ਨੀਵੇਂ ਰੱਖ ਲਓ ਯਾਰ, ਕਿਉਂ ਐਂ ਕਰਦੇ ਹੋ? ਉਹ ਬੁਰੀ ਲੈਣੀ ਚਾਹੀਦੀ। ਦੇਖੋ ਇਸ ਬਸ ਮੇਨ ਗੱਲ ਇਸੇ ਤੇ ਜ਼ੋਰ ਲੱਗਿਆ ਹੋਇਆ ਹੈ, ਮੰਗਾਂ ਮੰਨਣ ਤੇ ਜ਼ੋਰ ਨਹੀਂ ਲੱਗਿਆ। ਪ੍ਰਸ਼ਾਸਨ ਵੀ ਤੇਰਾ ਇੰਨਾ ਜ਼ੋਰ ਲਾ ਰਿਹਾ ਹੈ, ਸਰਕਾਰ ਵੱਲੋਂ ਵੀ ਚਲੋ ਮੰਨ ਲਓ ਇਹ ਅਕਸਰ ਲੋਕ ਸਭਾ ਦੇ ਸਪੀਕਰ ਨੇ, ਇੱਕ ਜ਼ਿੰਮੇਵਾਰ ਅਹੁਦਾ ਹੈ ਇਹਨਾਂ ਵੱਲੋਂ ਵੀ। ਜੇ ਇਹ ਗੱਲ ਕਹੀ ਜਾਂਦੀ ਹੈ ਸਰਕਾਰ ਹਜੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਪੋਜ਼ਿਟਿਵ ਨਹੀਂ ਗਈ, ਸਿਰਫ ਇਸ ਗੱਲ ਤੇ ਆ ਵੀ ਹਾਂ ਨਹੀਂ ਜੀ ਦੀ ਲੋੜ ਹੈ, ਸਮੁੱਚੀ ਕਿਸਾਨੀ ਦੀ ਲੋੜ ਮੰਨੋ ਤੇ ਮਸਲੇ ਦਾ ਹੱਲ ਕਰੋ, ਤਾਂ ਫਿਰ ਅਸੀਂ ਆਪਣੇ ਆਪ ਹੀ ਅਸੀਂ ਉੱਠ ਖੜਾਂਗੇ, ਫਿਰ ਸਾਨੂੰ ਕੋਈ ਲੋੜ ਪੈਣੀ ਇੱਥੇ ਬੈਠਣ ਦੀ। ਯਾਨੀ ਕਿ ਕੋਈ ਹਜੇ ਤੱਕ ਤੁਹਾਨੂੰ ਨਹੀਂ ਹਜੇ ਤੱਕ ਕੋਈ ਮਤਲਬ ਹੈ ਨਹੀਂ ਕੁਝ, ਮਤਲਬ ਕੱਢੇ ਲੈ ਡਿਸਕਸ ਕਰ ਰਹੇ ਅਕਸਰ ਤਾਂ ਪੌਣਾ ਘੰਟਾ ਬੈਠੇ ਰਹੇ ਆ, ਕੋਈ ਉਹੋ ਜਿਹੀ ਗੱਲ ਨਹੀਂ ਹੈ ਇਹਦੇ 'ਚ। ਕੋਈ ਇਹਨਾਂ ਨੇ ਭਰੋਸਾ ਦਵਾਇਆ ਵੀ ਕਦੋਂ ਤੱਕ ਜਿਹੜੀ ਸਰਕਾਰ ਨਾਲ ਵੀ ਜੇ ਗੱਲਬਾਤ ਕਰਨਗੇ ਤੁਹਾਡੇ ਕਦੋਂ ਤੱਕ ਕਰਨਗੇ? ਨਹੀਂ ਕੋਈ ਭਰੋਸਾ ਨਹੀਂ, ਸਿਰਫ ਇੰਨੀ ਗੱਲ ਹੈ ਕਿ ਗੋਲਮੋਲ ਗੱਲ ਹੈ, ਗੱਲ ਕਰਾਂਗੇ ਬਸ। ਠੀਕ ਹੈ। ਤੁਸੀਂ ਸੁਣ ਰਹੇ ਸੀ ਕੁਲਤਾਰ ਸਿੰਘ ਸੰਧਵਾ ਤੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ। ਤੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਬੈਠਕ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਹੋਈ, ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਲ ਵੀਰ ਦਿਵਸ ਨੂੰ ਲੈ ਕੇ ਗੁਰਮਤ ਦੇ ਪ੍ਰਚਾਰ ਨੂੰ ਲੈ ਕੇ ਕਈ ਵੱਡੇ ਫੈਸਲੇ ਕੀਤੇ ਗਏ। ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਉਣ ਵਾਲੀ 1 ਦਸੰਬਰ ਤੋਂ ਪੂਰੇ ਦੇਸ਼ ਦੇ ਅੰਦਰ ਸਰਗਰਮੀ ਨਾਲ ਮੁਹਿੰਮ ਚਲਾਈ ਜਾਏਗੀ। ਇਸ ਦੌਰਾਨ ਸਿੱਖ ਸਮਾਜ ਵੱਲੋਂ ਬੰਦੀ ਸਿੰਘਾਂ ਤੇ ਕੇਸਾਂ ਅਤੇ ਭੁਗਤੀਆਂ ਸਜ਼ਾਵਾਂ ਬਾਰੇ ਸੰਗਤਾਂ ਨੂੰ ਜਾਗਰੂਕ ਦੇ ਨਾਲ ਪਰਫੋਰਮੇ ਕਰਵਾਏ ਜਾਣਗੇ। ਇਸ ਲਹਿਰ ਨੂੰ ਦੇਸ਼ ਵਿਆਪੀ ਬਣਾਉਣ ਲਈ ਪੰਜਾਬ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨਾਂ ਅਤੇ ਗੁਰਦੁਆਰਾ ਕਮੇਟੀਆਂ ਰਾਹੀਂ ਵੱਖ-ਵੱਖ ਸੂਬਿਆਂ ਤੱਕ ਪਹੁੰਚ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਕੇਂਦਰ ਸ਼੍ਰੋਮਣੀ ਕਮੇਟੀ ਦਫ਼ਤਰ ਹੋਵੇਗਾ, ਜਦਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਤੋਂ ਬਾਹਰ ਸਿੱਖ ਮਿਸ਼ਨਾਂ ਦੇ ਵਿਖੇ ਸਬ ਕੇਂਦਰ ਸਥਾਪਿਤ ਕੀਤੇ ਜਾਣਗੇ। ਐਡਵੋਕੇਟ ਧਾਮੀ ਨੇ ਕੀ ਕੁਝ ਕਿਹਾ, ਆਓ ਵੀ ਸੁਣਾ ਦਿੰਦੇ ਹਾਂ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦਾ ਮਤਾ ਸੀ, ਜਿਹਦੇ ਵਿੱਚ ਸਿੱਖ ਬੰਦੀਆਂ ਬਾਬਤ ਪਰਫਾਰਮੇ ਪੜਾਉਣ ਦਾ ਨਿਰਣਾ ਕੀਤਾ ਗਿਆ ਸੀਗਾ, ਉਹ 1 ਦਸੰਬਰ 2022 ਤੋਂ
ਸਾਰੇ ਭਾਰਤ ਵਰਸ਼ 'ਚ ਉਹ ਪਰਫਾਰਮੈਂਸ ਭਰਾਉਣ ਦਾ ਜਿਹੜਾ ਉਹ ਕਾਰਜ ਸ਼ੁਰੂ ਕੀਤਾ ਜਾਊਗਾ। ਭਾਰਤ ਵਰਸ਼ ਭਾਵ ਜਿੰਨੇ ਸਾਡੇ ਬਾਹਰਲੇ ਮਿਸ਼ਨ ਆ ਉਹ ਸਾਰੇ ਮਿਸ਼ਨ ਵੀ ਤੇ ਚੇਚੇ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਬਾਬਤ ਹਰੇਕ ਨਗਰ ਦੇ ਵਿੱਚ, ਹਰੇਕ ਗੁਰਦੁਆਰੇ ਦੇ ਵਿੱਚ, ਹਰੇਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਿਆਂ ਤੋਂ ਇਲਾਵਾ ਹੋਰ ਵੀ ਅਦਾਰੇ ਆ, ਐਜੂਕੇਸ਼ਨ ਇੰਸਟੀਟਿਊਸ਼ਨ, ਉਹ ਵੀ ਸਾਰੇ ਜਿਹੜੇ ਆ ਭਰਾਏ ਜਾਣਗੇ। ਇਹ ਬੜਾ ਸੌਖਾ ਜਿਹਾ ਤਰੀਕਾ ਅਸੀਂ ਬਣਾਇਆ। ਉਹਦੇ ਵਿੱਚ ਸਿਰਫ ਉਹਨੇ ਆਪਣਾ ਨਾਮ ਭਰਨਾ, ਪਿਤਾ ਦਾ ਨਾਮ ਤੇ ਐਡਰੈਸ ਤੇ ਆਪਣਾ ਮੋਬਾਈਲ ਨੰਬਰ, ਤੇ ਸਿੱਖ ਕੈਦੀਆਂ ਪ੍ਰਤੀ, ਜੁਝਾਰੂ ਵੀਰਾਂ ਪ੍ਰਤੀ ਆਪਣੀ ਵਚਨਬੱਧਤਾ ਤੇ ਮੈਂ ਇਹਦੇ ਨਾਲ ਸਹਿਮਤ ਹਾਂ। ਉਹ ਅਸੀਂ ਡਿਜੀਟਲਾਈਜੇਸ਼ਨ ਵੀ ਕਰਾਂਗੇ ਉਹਦੀ ਸਾਰੀ, ਤਾਂ ਕਿ ਉਹਦਾ ਇੱਕ ਰਿਕਾਰਡ ਵੀ ਸਾਡੇ ਕੋਲ ਰਹਿ ਜਾਏ। ਉਹਦਾ ਸਮਾਂ ਨਿਸ਼ਚਿਤ ਕਰਕੇ ਫਿਰ ਸਾਰੇ ਪਰਫਾਰਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਚੰਡੀਗੜ੍ਹ ਜਾ ਕੇ ਇੱਕ ਦਿਨ ਦਾ ਧਰਨਾ ਦੇਣਗੇ। ਨਾਲ ਹੀ ਉਹ ਸਾਰੇ ਗਵਰਨਰ ਪੰਜਾਬ ਦੇ ਸਾਰੇ ਉਹ ਜਿਹੜੇ ਆ ਸਪੁਰਦ ਕੀਤੇ ਜਾਣਗੇ। ਇਹਨਾਂ ਤੋਂ ਇਲਾਵਾ ਇਹ ਵੀ ਫੈਸਲਾ ਹੋਇਆ ਵੀ ਜਿੰਨੇ ਸਾਡੇ ਇਤਿਹਾਸਕ ਸਥਾਨ ਇਹਨਾਂ ਤੇ ਵੀ ਕਾਊਂਟਰ ਲਾਏ ਜਾਣਗੇ। ਵੱਡੇ ਸ਼ਹਿਰਾਂ 'ਚ, ਛੋਟੇ ਸ਼ਹਿਰਾਂ ਦੇ ਵਿੱਚ, ਚੌਂਕਾਂ ਦੇ ਵਿੱਚ ਉਹ ਫਲੈਕਸ ਲਾ ਕੇ ਜਨਰਲ ਜਿਹੜੇ ਲੋਕ ਆ ਉਹਨਾਂ ਦਾ ਵੀ ਇਹਦੇ ਵਿੱਚ ਸ਼ਮੂਲੀਅਤ ਕੀਤੀ ਜਾਊਗੀ। ਇਹ ਸਾਡਾ ਅੱਜ ਦਾ ਵੱਡਾ ਫੈਸਲਾ ਸੀ। ਦੂਸਰਾ ਜਿਹੜਾ ਅੱਜ ਮੀਡੀਆ ਦੇ ਵਿੱਚ ਬਹੁਤ ਵੱਡਾ ਲੱਗਾ ਕਿ ਵੀਰ ਬਾਲ ਦਿਵਸ ਜਿਹੜਾ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਤੇ ਮਨਾਇਆ ਜਾਊਗਾ। ਅਸੀਂ ਪਹਿਲਾਂ ਵੀ ਪਿਛਲੀ ਐਕਟਰ 'ਚ ਵੀ ਇਹ ਫੈਸਲਾ ਕੀਤਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਆਦੇਸ਼ ਵੀ ਆਇਆ ਸੀ ਕਿ ਇਹਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਇਆ ਜਾਵੇ। ਮੈਂ ਅੱਜ ਵੀ ਭਾਰਤ ਸਰਕਾਰ ਤੋਂ ਤੇ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਜਿਹਨੇ ਇਹ ਮਨਾਉਣ ਦਾ ਯਤਨ ਕੀਤਾ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਸਾਡਾ ਮਹਾਨ ਵਿਰਸਾ, ਇਹ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਸਾਡੇ ਸਾਹਿਬਜ਼ਾਦੇ ਆ। ਇਹਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਧਿਕਾਰ ਆ ਕਿ ਆਪਣੇ ਸ਼ਹੀਦਾਂ ਪ੍ਰਤੀ ਉਹਨਾਂ ਦੇ ਦਿਵਸ ਕਿਵੇਂ ਮਨਾਉਣੇ ਆ ਤੇ ਉਹਨਾਂ ਦੇ ਨਾਂ ਕਿਵੇਂ ਰੱਖਣੇ ਆ। ਇਸ ਕਰਕੇ ਸਰਕਾਰ ਨੂੰ ਜਿੱਦ ਨਹੀਂ ਕਰਨੀ ਚਾਹੀਦੀ, ਕਿਉਂਕਿ ਗੁਰਮਤਿ ਅਨੁਕੂਲ ਜਿਹੜਾ ਸਾਹਿਬਜ਼ਾਦੇ ਸ਼ਹੀਦੀ ਦਿਵਸ ਆ, ਇਹ ਸਾਰੇ ਸਮੁੱਚੇ ਪੰਥ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਦਿਵਸ ਮਨਾਇਆ ਜਾਵੇ ਤੇ ਇਹਦਾ ਨਾਂ ਇਹ ਰੱਖਿਆ ਜਾਵੇ। ਇਹ ਵੀ ਅੱਜ ਸਾਡਾ ਬੈਠ ਕੇ ਜਿਹੜਾ ਚੇਚੇ ਤੌਰ ਤੇ ਫੈਸਲਾ ਹੋਇਆ। ਉਹ ਤੋਂ ਇਲਾਵਾ ਇੱਕ ਭਾਵੇਂ YouTube ਦਾ ਸਾਡਾ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੱਲਦਾ ਵੀ ਆ, ਇਹਨੂੰ ਅਸੀਂ 24 ਘੰਟੇ ਚਲਾਉਣ ਲਈ ਵੱਖ-ਵੱਖ ਕਾਰਜਾਂ ਲਈ ਅਸੀਂ ਜਨਵਰੀ ਦੇ ਵਿੱਚ ਲਾਂਚ ਕਰਾਂਗੇ। ਜਿਹੜਾ ਸਾਡੇ ਵੱਖ-ਵੱਖ ਪ੍ਰਬੰਧਾਂ ਦੇ, ਚਾਹੇ ਐਜੂਕੇਸ਼ਨ ਆ, ਚਾਹੇ ਹਸਪੀਟਲ ਆ, ਚਾਹੇ ਗੁਰਦੁਆਰਾ ਸਾਹਿਬਾਨ ਆ, ਚਾਹੇ ਹੋਰ ਕਾਰਜ ਆ, ਉਹ ਸਾਰਿਆਂ ਨੂੰ ਵੱਡੇ ਪੱਧਰ ਤੇ ਨਸ਼ਰ ਕਰਨ ਲਈ ਇਹ ਵੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਚੇਚੇ ਤੌਰ ਤੇ ਸਾਰਾ ਇਹ ਫੈਸਲਾ ਹੋਇਆ। ਤੇ ਉਧਰ ਦੇਸ਼ ਭਰ ਦੇ ਵਿੱਚ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਅੱਜ ਇਸ ਦੇ ਦੂਜੇ ਪੜਾਅ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਤੌਰ ਤੇ ਕਰੀਬ 71,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਨਾਲ ਹੀ ਉਹਨਾਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਭਾਰਤ ਵਰਗੇ ਨੌਜਵਾਨ ਦੇਸ਼ ਦੇ ਵਿੱਚ ਸਾਡੇ ਕਰੋੜਾਂ ਨੌਜਵਾਨ ਇਸ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ। ਸਾਡੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਊਰਜਾ ਦਾ ਰਾਸ਼ਟਰ ਨਿਰਮਾਣ ਦੇ ਵਿੱਚ ਵੱਧ ਤੋਂ ਵੱਧ ਉਪਯੋਗ ਕੀਤਾ ਜਾਵੇ। ਕੀ ਕੁਝ ਕਿਹਾ ਪ੍ਰਧਾਨ मंत्री नरेंद्र मोदी ने, वो भी सुन लेंगे। 71,000 से ज्यादा युवाओं को नियुक्ति पत्र दिए जा रहे हैं। यानी आज एक साथ हजारों घरों में खुशहाली के नए दौर की शुरुआत हुई है। पिछले महीने आज के ही दिन धनतेरस पर केंद्र सरकार की तरफ से
75,000 नौजवानों को नियुक्ति पत्र बांटे गए थे। अब आज का ये विशाल रोजगार मेला दिखाता है कि सरकार किस तरह गवर्नमेंट जॉब देने के लिए मिशन मोड में काम कर रही है। साथियों, पिछले महीने जब रोजगार मेले की शुरुआत हुई थी तो मैंने एक और बात कही थी। मैंने कहा था कि विभिन्न केंद्र शासित प्रदेश, एनडीए और भाजपा शासित राज्य भी इसी तरह रोजगार मेले का आयोजन करते रहेंगे। मुझे खुशी है कि पिछले एक महीने में ही महाराष्ट्र और गुजरात में भी राज्य सरकारों की तरफ से हजारों युवाओं को नियुक्ति पत्र बांटे गए हैं। जिन पदों पर आपकी नियुक्ति होने जा रही है उसे आपने कठिन परिश्रम से कड़ी प्रतियोगिता में सफल होकर हासिल किया है। इसके लिए आपको और आपके परिवार को भी उतना ही हक है बधाई प्राप्त करने का। मेरे युवा साथियों, आपको ये नई जिम्मेदारी एक विशेष कालखंड में मिल रही है। देश अमृत काल में प्रवेश कर चुका है। हम देशवासियों ने मिलकर इस अमृत काल में भारत को विकसित बनाने का प्रण लिया है। इस प्रण की प्राप्ति में आप सभी देश के सारथी बनने जा रहे हैं। आप सभी जो नई जिम्मेदारी संभालने जा रहे हैं उसमें आप अन्य देशवासियों के सामने केंद्र सरकार के प्रतिनिधि के तौर पर नियुक्त होंगे एक प्रकार से। ऐसे में आपको एक और बात याद जरूर रखनी चाहिए। अपना कर्तव्य निभाने के लिए आपको अपनी भूमिका अच्छी तरह समझनी होगी। एक जनसेवक के तौर पर अपनी सेवाएं देने के लिए आपको अपनी क्षमता बढ़ाने, कैपेसिटी बिल्डिंग पर भी लगातार फोकस करना चाहिए। आज सरकार का प्रयास टेक्नोलॉजी की मदद से हर सरकारी कर्मचारी को बेहतर ट्रेनिंग की सुविधा देने का है। हाल ही में जो कर्मयोगी भारत टेक्नोलॉजी प्लेटफॉर्म लॉन्च हुआ है उसमें कई तरह के ऑनलाइन कोर्सेज उपलब्ध हैं। आज ही आप जैसे नए सरकारी कर्मचारियों के लिए एक विशेष कोर्स की शुरुआत भी की जा रही है। इसको नाम दिया गया है कर्मयोगी प्रारंभ। आप कर्मयोगी भारत प्लेटफॉर्म पर उपलब्ध ऑनलाइन कोर्सेज का जरूर ज्यादा फायदा उठाएंगे ही। इससे आपकी स्किल भी अपग्रेड होगी और भविष्य में आपको अपने कैरियर में भी काफी लाभ होगा। यानी सरकारी और गैर सरकारी दोनों ही क्षेत्रों में नई नौकरियों की संभावना लगातार बढ़ रही है। और बड़ी बात ये कि ये नए अवसर युवाओं के लिए उनके अपने शहर, अपने गांवों में बन रहे हैं। इससे युवाओं के सामने अब पलायन की मजबूरी कम हुई है और वो अपने क्षेत्र के विकास में पूरा सहयोग भी कर पा रहे हैं। स्टार्टअप से लेकर स्वरोजगार तक
स्पेस से लेकर ड्रोन तक आज भारत में युवाओं के लिए चौतरफा नए अवसरों का निर्माण हो रहा है। आज भारत के 80,000 से ज्यादा स्टार्टअप्स युवाओं को विभिन्न क्षेत्रों में अपना सामर्थ्य दिखाने का मौका दे रहे हैं। दवाइयों की सप्लाई हो या पेस्टिसाइड्स का छिड़काव, स्वामित्व योजना में ड्रोन से मैपिंग हो या फिर रक्षा क्षेत्र में इस्तेमाल, ड्रोन्स का उपयोग देश में लगातार बढ़ रहा है और ड्रोन्स का ये बढ़ता हुआ उपयोग युवाओं को नई नौकरियां दे रहा है। हमारी सरकार ने स्पेस सेक्टर को खोलने का जो निर्णय लिया, उसका भी बड़ा लाभ युवाओं को मिला है। हमने 2-3 दिन पहले ही देखा है कि कैसे भारत के प्राइवेट सेक्टर ने अपना पहला स्पेस रॉकेट सफलतापूर्वक लॉन्च किया है। आज जो अपना बिजनेस करना चाहते हैं, उन्हें मुद्रा लोन से भी बड़ी मदद मिल रही है। अब तक देश में 35 करोड़ से ज्यादा मुद्रा लोन दिए जा चुके हैं। देश में इनोवेशन को बढ़ावा देने से, रिसर्च को बढ़ावा देने से भी रोजगार के मौके बढ़ रहे हैं। मैं देश के सभी युवाओं से आग्रह करूंगा कि नए अवसरों का भी पूरा लाभ उठाएं। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਮਿਲੀ ਹੈ। ਇਹ ਧਮਕੀ ਮੁੰਬਈ ਟ੍ਰੈਫਿਕ ਪੁਲਿਸ ਕੰਟਰੋਲ ਰੂਮ ਦੇ WhatsApp ਨੰਬਰ ਤੇ ਆਈ ਹੈ। ਧਮਕੀ ਦੇਣ ਵਾਲੇ ਲੋਕਾਂ ਨੇ 7 ਆਡੀਓ ਕਲਿੱਪ ਭੇਜੇ ਹਨ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਆਡੀਓ ਕਲਿੱਪ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 2 ਲੋਕ ਪ੍ਰਧਾਨ ਮੰਤਰੀ ਨੂੰ ਮਾਰਨ ਜਾ ਰਹੇ ਹਨ। ਇਸ ਦੇ ਲਈ ਬਕਾਇਦਾ ਸਾਜ਼ਿਸ਼ ਰਚੀ ਗਈ ਹੈ। ਮੈਸੇਜ ਭੇਜਣ ਵਾਲੇ ਨੇ ਇਹ ਵੀ ਦੱਸਿਆ ਕਿ ਦੋਵੇਂ ਵਿਅਕਤੀ ਡੀ ਕੰਪਨੀ ਨਾਲ ਜੁੜੇ ਹੋਏ ਹਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੰਬਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਧਮਕੀ ਦੇਣ ਵਾਲਾ ਕੌਣ ਹੈ ਅਤੇ ਉਸ ਵੱਲੋਂ ਭੇਜੇ ਗਏ ਮੈਸੇਜ 'ਚ ਕਿੰਨੀ ਕੁ ਸੱਚਾਈ ਹੈ। ਇਸ ਤੋਂ ਪਹਿਲਾਂ ਵੀ ਮੁੰਬਈ ਪੁਲਿਸ ਦੇ ਕੰਟਰੋਲ ਰੂਮ ਦੇ ਵਿੱਚ ਕਈ ਧਮਕੀ ਭਰੀਆਂ ਕਾਲਾਂ ਆ ਚੁੱਕੀਆਂ ਹਨ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੱਚਮੁੱਚ ਕਿਸੇ ਅੱਤਵਾਦੀ ਸੰਗਠਨ ਵੱਲੋਂ ਦਿੱਤੀ ਗਈ ਹੈ ਜਾਂ ਕਿਸੇ ਵਿਅਕਤੀ ਦੀ ਸ਼ਰਾਰਤ ਹੈ। ਕਈ ਵਾਰ ਮੁੰਬਈ ਪੁਲਿਸ ਨੂੰ ਵੀ ਅਜਿਹੀਆਂ ਹੌਕਸ ਕਾਲਾਂ ਆਉਂਦੀਆਂ ਹਨ। ਹਾਲਾਂਕਿ ਪੁਲਿਸ ਹਰ ਗੱਲ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਜਾਂਚ ਕਰਦੀ ਹੈ। ਇਸ ਤੋਂ ਪਹਿਲਾਂ ਚਾਲੂ ਸਾਲ ਦੇ ਦੌਰਾਨ ਅਗਸਤ ਮਹੀਨੇ ਦੇ ਵਿੱਚ ਵੀ ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਨੂੰ ਧਮਕੀ ਭਰਿਆ ਮੈਸੇਜ ਮਿਲਿਆ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ ਟ੍ਰੈਫਿਕ ਕੰਟਰੋਲ ਦੇ WhatsApp ਨੰਬਰ ਤੇ ਲਿਖਿਆ ਕਿ 26/11 ਵਰਗਾ ਹਮਲਾ ਫਿਰ ਕੀਤਾ ਜਾਵੇਗਾ ਤੇ ਕੰਟਰੋਲ ਰੂਮ ਤੇ WhatsApp ਤੇ ਪਾਕਿਸਤਾਨੀ ਨੰਬਰ ਤੋਂ ਧਮਕੀ ਮਿਲੀ ਸੀ। ਮੈਸੇਜ ਵਿੱਚ ਕਿਹਾ ਗਿਆ ਸੀ ਕਿ ਜੇ ਤੁਸੀਂ ਉਸ ਦੀ ਲੋਕੇਸ਼ਨ ਟ੍ਰੇਸ ਕਰੋਗੇ ਤਾਂ ਉਹ ਭਾਰਤ ਤੋਂ ਬਾਹਰ ਦਾ ਵਿਖਾਏਗਾ ਅਤੇ ਧਮਾਕਾ ਮੁੰਬਈ ਦੇ ਵਿੱਚ ਹੋਵੇਗਾ। ਧਮਕੀ ਵਿੱਚ ਕਿਹਾ ਗਿਆ ਸੀ ਕਿ ਸਾਡੇ 6 ਲੋਕ ਹਨ ਜੋ ਭਾਰਤ ਦੇ ਵਿੱਚ ਇਸ ਕੰਮ ਨੂੰ ਅੰਜਾਮ ਦੇਣਗੇ। ਤੇ ਉਧਰ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਅਤੇ ਇਹ ਜੇ ਵਿਚਾਲੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ 'ਚ ਵੀ ਕੋਈ ਕਮੀ ਨਹੀਂ ਛੱਡੀ ਜਾ ਰਹੀ। ਇਸ ਸਿਲਸਿਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਵਿੱਚ ਕਈ ਥਾਵਾਂ ਤੇ ਰੈਲੀਆਂ ਕੀਤੀਆਂ ਅਤੇ ਨਾਲ ਹੀ ਰੋਡ ਸ਼ੋਅ ਵੀ ਕੱਢੇ। ਹਲਕਾ ਅਮਰੇਲੀ ਦੇ ਵਿੱਚ ਵੀ ਰੋਡ ਸ਼ੋਅ ਦੇ ਦੌਰਾਨ ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ। ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਦੇ ਵਿੱਚ ਸਿੱਖਿਆ ਅਤੇ ਸਿਹਤ ਢਾਂਚੇ ਨੂੰ ਮਜ਼ਬੂਤ ਬਣਾਇਆ। ਜੇਕਰ ਗੁਜਰਾਤ ਵਿੱਚ ਸਾਡੀ ਸਰਕਾਰ ਬਣੀ ਤਾਂ ਇੱਥੇ ਵੀ ਆਮ ਲੋਕਾਂ ਨੂੰ ਚੰਗੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਮਿਲਣਗੀਆਂ। ਆਮ ਆਦਮੀ ਪਾਰਟੀ ਦੇ ਨੇਤਾ ਗੰਦਲੀ ਸਿਆਸਤ ਕਰਨ ਵਿੱਚ ਨਹੀਂ ਬਲਕਿ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਉਹਨਾਂ ਜਨਤਾ ਦੇ ਨਾਲ ਵਾਅਦਾ ਕੀਤਾ ਕਿ ਗੁਜਰਾਤ ਦੇ ਵਿੱਚ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਫ੍ਰੀ ਬਿਜਲੀ ਦਾ ਵਾਅਦਾ ਪੂਰਾ ਕੀਤਾ ਜਾਵੇਗਾ। ਆਓ ਸੁਣਦੇ ਹਾਂ ਕੀ ਕੁਝ ਕਿਹਾ ਅਰਵਿੰਦ ਕੇਜਰੀਵਾਲ ਨੇ। मैं आपको महंगाई से मुक्ति दिलाऊंगा। सबसे पहले 1
1 मार्च से मैं देख रहा हूं बहुत सारी महिलाएं भी हैं। सबसे ज्यादा महंगाई का सामना तो महिलाओं को करना पड़ता है। घर का खर्चा नहीं चलता, आमदनी बढ़ी नहीं, खर्चे बढ़ते जा रहे हैं, परिवार पालना मुश्किल हो गया। तो 1 मार्च से आपको अपना बिजली का बिल भरने की जरूरत नहीं, आपका भाई आपके घर की बिजली के बिल भरेगा। ये मेरी गारंटी है, केजरीवाल की गारंटी पक्की होती है। केजरीवाल जो बोलता है करता है। दिल्ली में हमारी सरकार है, दिल्ली में 24 घंटे बिजली आती है, 0 बिजली का बिल आता है। पंजाब में हमारी सरकार है, पंजाब में 24 घंटे बिजली आती है, 0 बिजली का बिल आता है। 1 मार्च के बाद अब गुजरात में दिसंबर में हमारी सरकार बनेगी, तो गुजरात में भी 1 मार्च के बाद आपका 0 बिजली का बिल आएगा। महंगाई से थोड़ी तो मुक्ति मिलेगी, मिलेगी कि नहीं मिलेगी? दूसरी बात, जितनी महिलाएं हैं, 18 साल से ऊपर की जितनी महिलाएं हैं, बहनें हैं, बेटियां हैं, माताएं हैं, हर महीने उनके अकाउंट में, हर महिला को 1000-1000 रुपए उनके अकाउंट में डाले जाएंगे। इससे भी महंगाई से मुक्ति मिलेगी, मिलेगी कि नहीं मिलेगी? बहुत सारे युवा बच्चे घूम रहे हैं बेरोजगार। उन सब युवाओं को मैं देख रहा हूं, बहुत सारे युवा हैं बेरोजगार हैं। उन सब युवाओं को मैं बोलना चाहता हूं, आप इतनी तैयारी करके पेपर देने जाते हो, तलाटी का पेपर देने जाते हो, पुलिस में भर्ती का पेपर देने जाते हो, हर बार पेपर फूट जाता है, हर बार पेपर फूट जाता है। कितना दुख होता है, एक आदमी, एक बच्चा अपनी तैयारी करके पेपर देने जाता है और पता चलता है पेपर कैंसिल हो गया। पेपर फूटता नहीं है, पेपर बेचा जाता है, पेपर बिकता है, पेपर बेचते हैं ये। और पेपर, इतनी बार पेपर फूटा अभी तक पिछले 4-5 साल में 12 बार पेपर फूट चुका। कोई जेल गया? कौन फोड़ता है पेपर? इनके नेता फोड़ते हैं पेपर, बड़े बड़े मंत्री फोड़ते हैं पेपर, अपने आप थोड़ी पेपर फूटता है। पेपर कौन बेचता है? इनके बड़े बड़े नेता बेचते हैं पेपर। हमारी सरकार बनेगी, पिछले 7 साल में जितने पेपर फूटे सारे केस खोलेंगे और इन सारे नेताओं को जेल भेजेंगे जिन्होंने पेपर भेजे। 10-10 साल की जेल भेजेंगे जिन्होंने पेपर फोड़े थे। दिल्ली में मेरी 7 साल से सरकार है, एक भी पेपर नहीं फूटा। पंजाब में, अभी हमारी पंजाब में 7 महीने से सरकार है, 14, 15, 16 अक्टूबर को पुलिस में भर्ती के पेपर हुए पंजाब में, एक भी पेपर नहीं फूटा। क्योंकि हम ईमानदार हैं, हमारी पार्टी ईमानदार है, हमारी सरकार ईमानदार है। हम पेपर बेचते नहीं हैं, हम युवाओं की जिंदगी से नहीं खेलते। मैं आज आपको गारंटी लेके जा रहा हूं, हमारी सरकार बनेगी, अगले 1 साल में सारी सरकारी भर्तियों के पेपर कराएंगे और एक भी पेपर नहीं फोड़ने देंगे। एक भी पेपर नहीं बिकेगा, एक भी पेपर नहीं फूटेगा। दूसरी बात, इतने सारे बच्चे बेरोजगार घूम रहे हैं, उनको रोजगार देने की जरूरत है। दिल्ली में मैंने 5 साल में 12 लाख बच्चों को रोजगार दिलाए, 12 लाख बच्चों को। मुझे रोजगार दिलाना आता है, मेरी नीयत साफ है। गुजरात में भी मैं बेरोजगार बच्चों को, हर बेरोजगार बच्चे के लिए रोजगार का इंतजाम करूंगा, लेकिन टाइम लगेगा। जब तक बेरोजगार बच्चे को रोजगार नहीं मिलता, तब तक उसे बेरोजगारी भत्ता दिया जाएगा। 3000 रुपए हर महीने बेरोजगार को बेरोजगारी भत्ता दिया जाएगा। होना चाहिए कि नहीं होना चाहिए? मैं सारे युवाओं को बोलना चाहता हूं, आप लोग भी आम आदमी पार्टी का साथ दीजिए। बहुत बड़ा बदलाव होने जा रहा है गुजरात के अंदर, बहुत बड़ा बदलाव। ਤੇ ਉਧਰ ਤਿਹਾੜ ਜੇਲ੍ਹ ਦੇ ਵਿੱਚ ਬੰਦ ਸਤਿੰਦਰ ਜੈਨ ਦੀ ਵੀਡੀਓ ਲੀਕ ਮਾਮਲੇ ਦੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ।
ਹਾਲ ਹੀ 'ਚ ਉਸ ਦੀ ਜੇਲ੍ਹ ਦੀ ਬੈਠਕ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ 'ਚ ਇੱਕ ਵਿਅਕਤੀ ਉਸ ਨੂੰ ਮਸਾਜ ਕਰਦਾ ਨਜ਼ਰ ਆ ਰਿਹਾ। ਹੁਣ ਤਿਹਾੜ ਜੇਲ੍ਹ ਦੇ ਸੂਤਰਾਂ ਤੋਂ ਪਤਾ ਲੱਗਿਆ ਕਿ ਇਹ ਵਿਅਕਤੀ ਕੋਈ ਫਿਜ਼ੀਓਥੈਰੇਪਿਸਟ ਨਹੀਂ ਹੈ, ਸਗੋਂ ਬਲਾਤਕਾਰ ਦਾ ਇੱਕ ਕੇਸ ਦੇ ਵਿੱਚ ਸਜ਼ਾ ਕੱਟ ਰਿਹਾ ਕੈਦੀ ਹੈ। ਸੂਤਰਾਂ ਤੋਂ ਪਤਾ ਲੱਗਿਆ ਕਿ ਉਸ ਦਾ ਨਾਂ ਰਿੰਕੂ ਹੈ। ਰਿੰਕੂ ਤੇ ਪੌਕਸੋ ਦੀ ਧਾਰਾ 6 ਅਤੇ ਆਈਪੀਸੀ ਦੀ ਧਾਰਾ 376, 506 ਅਤੇ 509 ਦੇ ਤਹਿਤ ਆਰੋਪ ਲਗਾਇਆ ਗਿਆ। ਵੀਡੀਓ ਲੀਕ ਮਾਮਲੇ 'ਚ ਇਹ ਨਵਾਂ ਖੁਲਾਸਾ ਹੁੰਦੇ ਹੀ ਭਾਜਪਾ ਨੇਤਾਵਾਂ ਨੇ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸਾਧਨਾ ਸ਼ੁਰੂ ਕਰ ਦਿੱਤਾ। ਦਿੱਲੀ ਬੀਜੇਪੀ ਨੇਤਾ ਤਜਿੰਦਰਪਾਲ ਸਿੰਘ ਬੱਗਾ ਨੇ ਟਵੀਟ ਕਰਕੇ ਪੁੱਛਿਆ ਕਿ ਸਤਿੰਦਰ ਜੈਨ ਨੇ ਬਲਾਤਕਾਰ ਦੇ ਦੋਸ਼ੀ ਨਾਲ ਕੀ ਡੀਲ ਕੀਤੀ ਸੀ। ਤਜਿੰਦਰਪਾਲ ਬੱਗਾ ਨੇ ਲਿਖਿਆ, ਸਤਿੰਦਰ ਜੈਨ ਦੀ ਮਾਲਿਸ਼ ਕਰਨ ਵਾਲਾ ਰਿੰਕੂ ਪਾਕਸੋ ਐਕਟ ਦੇ ਤਹਿਤ ਤਿਹਾੜ ਜੇਲ੍ਹ ਦੇ ਵਿੱਚ ਬਲਾਤਕਾਰ ਦੀ ਸਜ਼ਾ ਕੱਟ ਰਿਹਾ। ਸੇਵਾ ਬਦਲੇ ਸਤਿੰਦਰ ਜੈਨ ਨੇ ਬਲਾਤਕਾਰ ਦੇ ਮੁਲਜ਼ਮ ਨਾਲ ਕੀ ਡੀਲ ਕੀਤੀ ਹੈ। ਬੀਜੇਪੀ ਨੇਤਾ ਸਜਾਦ ਪੂਨਾਵਾਲਾ ਨੇ ਟਵੀਟ ਕਰਕੇ ਕਿਹਾ ਕਿ ਇਸ ਲਈ ਸਜ਼ਾ ਦੀ ਬਜਾਏ ਸਤਿੰਦਰ ਜੈਨ ਨੂੰ ਪੂਰਾ ਵੀਵੀਆਈਪੀ ਮੌਜ ਮਸਤੀ ਮਿਲ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਜਬਰੀ ਵਸੂਲੀ ਲਈ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਕੇਜਰੀਵਾਲ ਦਾ ਧੰਨਵਾਦ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜੇਲ੍ਹ ਦੇ ਅੰਦਰੋਂ ਸਤਿੰਦਰ ਜੈਨ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀ ਦਾ ਖੁੱਲ੍ਹ ਕੇ ਬਚਾਅ ਕੀਤਾ ਸੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਤਿੰਦਰ ਜੈਨ ਅਤੇ ਉਹਨਾਂ ਤੇ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਸੀ। ਸਤਿੰਦਰ ਜੈਨ ਦਾ ਬਚਾਅ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਡਾਕਟਰ ਨੇ ਮੰਤਰੀ ਨੂੰ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਫਿਜ਼ੀਓਥੈਰੇਪੀ ਕਰਵਾਉਣ ਲਈ ਕਿਹਾ ਸੀ। ਬੀਜੇਪੀ ਅਜਿਹੇ ਵੀਡੀਓ ਜਾਰੀ ਕਰਕੇ ਕਿਸੇ ਵਿਅਕਤੀ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੀ ਹੈ। ਹਾਲਾਂਕਿ ਹੁਣ ਨਵੇਂ ਖੁਲਾਸੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਅਤੇ ਸਤਿੰਦਰ ਜੈਨ ਸਵਾਲਾਂ ਦੇ ਘੇਰੇ ਵਿੱਚ ਨੇ। ਤੇ ਅੱਜ ਦੇ ਪ੍ਰਾਈਮ ਟਾਈਮ 'ਚ ਬਸ ਇੰਨਾ ਹੀ। ਕੱਲ ਫਿਰ ਕੁਝ ਖਾਸ ਮੁੱਦਿਆਂ ਨੂੰ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।